स्वागत है आपका बुलेटिन में। मैं हूं आपके साथ रागिनी सिंह राठौर। रुक करते हैं पंजाब की बड़ी खबरों की ओर। बटाला के पास अमृतसर पठानकोट हाईवे पर एक दर्दनाक सड़क हादसा हुआ, जहां दो मोटरसाइकिलों की भयंकर टक्कर हो गई, जिसमें एक मोटरसाइकिल सवार की मौके पर ही दर्दनाक मौत हो गई, जबकि दूसरी मोटरसाइकिल सवार दो लोग घायल बताए जा रहे हैं। जिसके बाद घटनास्थल पर मौजूद लोगों ने घायलों को इलाज के लिए भर्ती कराया, जहां दोनों की हालत गंभीर बताई जा रही है। ਭਾਜੀ ਇਹ ਦੋ ਮੋਟਰਸਾਈਕਲਾਂ ਦੀ ਆਪੋਜ਼ਿਟ ਦੀ ਟੱਕਰ ਹੋਈ ਆ ਸ਼ੂਗਰ ਮਿਲ ਅੱਡੇ ਤੇ ਉਹ ਲੈ ਕੇ ਆਏ ਉਹਨਾਂ ਨੂੰ ਅਸੀਂ ਨਾਲ। ਉਹਨਾਂ ਦੀ ਡੈਥ ਹੋ ਗਈ। ਉਹਨਾਂ ਦੇ ਘਰ ਫੋਨ ਕਰਤਾ ਵਾ, ਪਰਸ ਆ ਤੇ ਇੱਕ ਬੈਗ ਹੀ ਉਹ ਚ, ਉਹ ਡਾਕਟਰ ਸਾਹਿਬ ਦੇ ਸਾਹਮਣੇ ਚੈੱਕ ਕਰਾਤਾ। ਉਹ ਚ ਲੈਪਟਾਪ ਆ ਤੇ ਪਰਸ ਮੇਰੇ ਕੋਲ ਆ। ਇਹ ਭਾਜੀ ਅੰਮ੍ਰਿਤਸਰ ਲਾਗੇ ਕੋਈ ਨਸ਼ਹਿਰਾ ਵਾ, ਉੱਥੇ ਦਾ ਹੈਗਾ। ਇਹਨਾਂ ਦੇ ਘਰ ਫੋਨ ਕਰਤੇ ਆ, ਇਹਨਾਂ ਦੀ ਵਾਈਫ ਨੂੰ, ਇਹਨਾਂ ਦੇ ਬ੍ਰਦਰ ਨੂੰ ਫੋਨ ਕਰਤਾ। ਉਹ ਕਹਿੰਦੇ ਕਿ ਆਉਂਦੇ ਪਏ। ਹਾਂਜੀ ਹਾਂਜੀ ਭਾਜੀ ਆ ਸਾਰਾ ਕੁਛ ਹੀ ਹੈਗਾ ਵਾ, ਆਧਾਰ ਕਾਰਡ ਵਗੈਰਾ ਸਾਰਾ ਹੀ ਹੈਗਾ। ਉਹਦਾ ਨਾਮ ਬਲਵੰਤ ਸਿੰਘ ਨਸ਼ਹਿਰਾ। ਮਾਮਲਾ ਸਰ ਮੇਰਾ ਭਰਾ ਠੀਕ ਨਹੀਂ ਕਿ ਘਰ ਸ਼ਾਮ ਦਾ ਟਾਈਮ ਹੀ ਉਹਨੂੰ ਲੈ ਕੇ ਤੇ ਸ਼ਹਿਰ ਆ ਰਹੀ ਹਸਪੀਟਲ। ਰਾਸਤੇ 'ਚ ਹੁੰਦਿਆਂ ਸਰ ਅਸੀਂ ਆਪਣੇ ਧਿਆਨ ਨਾਲ ਰੋਡ ਕ੍ਰੋਸ ਕਰਨ ਡੇ ਸੀ। ਰੋਡ ਕ੍ਰੋਸ ਕਰ ਲਿਆ ਤੇ ਸਰ ਪਿੱਛੋਂ ਕੋਈ ਬਾਈਕ ਵਾਲਾ ਆਇਆ ਬੜੀ ਤੇਜ਼, ਉਹਨੇ ਸਾਡੇ 'ਚ ਬਾਈਕ ਮਾਰੀ, ਆਪਾਂ ਡਿੱਗ ਗਏ, ਉਹ ਵੀ ਡਿੱਗ ਗਿਆ। ਸਰ ਇੱਦਾਂ ਹੀ ਪਤਾ ਨਹੀਂ ਲੱਗਾ ਆਪਣਾ ਦਫਰੀ 'ਚ ਆਪਾਂ ਇੱਦਾਂ ਹਸਪੀਟਲ ਪਹੁੰਚ ਕੇ ਜਦੋਂ ਆਪਣੇ ਨੂੰ ਹੋਸ਼ ਆਈ, ਮੇਰਾ ਬ੍ਰਦਰ ਤੇ ਮੇਰਾ ਫਾਦਰ ਸਾਹਿਬ ਐਡਮਿਟ ਨੇ ਹਸਪੀਟਲ। ਸਾਡੇ ਕੋਲ ਐਕਸੀਡੈਂਟ ਆਇਆ ਕਿ ਕੇਸ ਬ੍ਰੌਡ ਡੈਡ ਹੀ ਆਇਆ ਸੀ। ਸਾਡੇ ਕੋਲ 108 ਲੈ ਕੇ ਆਈ ਸੀ ਤੇ ਉਹਦੇ ਅਸੀਂ ਪਰਸ ਵਗੈਰਾ ਉਹਦਾ ਵੇਖਿਆ, ਸਮਾਨ ਉਹਦਾ ਸਾਡੇ ਕੋਲ ਹੀ ਆ ਤੇ ਉਹਦੇ ਵਿੱਚੋਂ ਆਧਾਰ ਕਾਰਡ ਨਿਕਲਿਆ ਜਿਹਦੇ ਤੋਂ ਉਹਦਾ ਨਾਂ ਗੁਰਨਾਮ ਸਿੰਘ ਸਨ ਆਫ ਬਲਵੰਤ ਸਿੰਘ। ਐਡਰੈਸ ਹੈ ਉਹਦਾ ਨਸ਼ਹਿਰਾ ਖੁਰਦ ਆ, ਪਿੰਡ ਮਜੀਠਾ ਰੋਡ ਅੰਮ੍ਰਿਤਸਰ ਦਾ ਰਹਿਣ ਵਾਲਾ ਇਹ ਬੰਦਾ। ਬ੍ਰੌਡ ਡੈਡ ਹੀ ਸਾਡੇ ਕੋਲ ਆਇਆ ਸੀ। ਇਹ 108 ਐਂਬੂਲੈਂਸ ਜਿਹੜੀ ਸਰਵਿਸ ਹਾਂਜੀ ਉਹ ਲੈ ਕੇ ਆਈ ਸੀ। पंजाब के जडियाला में डीसीएम चालक ने गुरु टोल प्लाजा पर जाम लगा दिया, जिसके बाद लोगों ने सड़क जाम हटाने की मांग की और साथ ही कहा कि हाईकोर्ट ने पहले ही हमारे पक्ष में फैसला दिया था। अब भी अगर 8वीं तारीख को हाईकोर्ट में फैसला हमारे पक्ष में आता है तो हम जगुआर सड़क बंद करने के लिए प्रशासन के साथ खड़े होंगे। और साथ ही कहा कि अगर पंजाब सरकार हमारी बात नहीं सुनती तो हम धरना जारी रखेंगे और रोड जाम करेंगे। वहीं इस मौके पर वरिष्ठ पुलिस अधिकारी भी मौजूद रहे। मसला जगाड़ू ਜਿਹੜੀਆਂ ਮੋਟਰਸਾਈਕਲ ਬੰਦ ਕਰਾਉਣ ਵਾਸਤੇ ਇਹ ਪਹਿਲਾਂ ਵੀ ਅਸੀਂ ਮੰਗ ਪੱਤਰ ਦੇ ਚੁੱਕੇ ਹਾਂ। ਦਿਹਾਤੀ ਦੇ ਵੀ ਅੰਮ੍ਰਿਤਸਰ ਤੇ ਸਿਟੀ ਦੇ ਵੀ ਅੰਮ੍ਰਿਤਸਰ ਦਿਹਾਤੀਆਂ ਨੂੰ ਆਪਣਾ ਡੀਐਸਪੀਆਂ ਨੂੰ ਮੰਗ ਪੱਤਰ ਦੇ ਚੁੱਕੇ ਹਾਂ ਇਹਨਾਂ ਨੂੰ ਬੰਦ ਕਰਾਉਣ ਵਾਸਤੇ। ਜੰਡਿਆਲੇ ਵੀ ਸਾਡੀ ਇੱਕ ਮੀਟਿੰਗ ਹੋਈ ਸੀ, ਉੱਥੇ ਵੀ ਇਹੋ ਕਿਹਾ ਸੀ ਵੀ ਜਗਾੜੂ ਜਿਹੜੀਆਂ ਬੰਦ ਕਰੋ, ਮੋਟਰਸਾਈਕਲ ਜਿਹੜੀਆਂ ਬੰਦ ਕਰੋ ਤੇ ਜਿਹੜਾ ਬਣਾਉਂਦਾ ਵਾ ਉਹਨਾਂ ਦੇ ਵੀ ਕਾਰਵਾਈ ਕੋਈ ਨਾ ਕੋਈ ਚਾਹੀਦੀ ਆ। ਕੋਈ ਨੰਬਰ ਪਲੇਟ ਨਹੀਂ, ਕੋਈ ਕੁਝ ਨਹੀਂ, ਜੋ ਮਰਜ਼ੀ ਲੱਦ ਕੇ 10-11 ਕੁਇੰਟਲ 12 ਕੁਇੰਟਲ ਪਾ ਕੇ ਲੈ ਜਾਂਦੇ ਆ। ਕੋਈ ਨਾਕੇ ਤੇ ਨਹੀਂ ਘੇਰਦਾ, ਕੋਈ ਟੂਲ ਪਰਚੀ ਨਹੀਂ ਕੱਟਦਾ। ਸਾਨੂੰ ਇਤਰਾਜ਼ ਵੇਖੋ, ਸਾਡਾ ਹਾਥੀ 7 ਕੁਇੰਟਲ ਪਾਸ ਆ। ਮੰਨ ਲਓ ਸਾਡੀ ਓਵਰ ਹੈ ਡੋਗੀ 'ਚ ਅਸੀਂ ਗਾਟਰ ਉੱਤੇ ਪਾ ਲਿਆ, ਸਾਨੂੰ ਜਿੱਥੇ ਮਰਜ਼ੀ ਨਾਕੇ ਤੇ ਘੇਰ ਕੇ ਚਲਾਣ ਆ। ਇਹ 20 ਫੁੱਟ ਦੇ ਗਾਟਰ, ਇਹ 20 ਫੁੱਟ ਦੇ ਗਾਟਰ ਲਾਦੇ ਆ, ਕੋਈ ਰੱਖਦਾ ਨਹੀਂ, ਕਿਸੇ ਕੋਲ ਕਾਗਜ਼ ਪੱਤਰ ਨਹੀਂ, ਕਿਸੇ ਦਾ ਨੰਬਰ ਨਹੀਂ ਹੈਗਾ। ਹੁਣ ਹਾਈ ਸਿਕਿਉਰਿਟੀ ਨੰਬਰ ਲੱਗੇ ਆ, ਸਾਡੀਆਂ ਗੱਡੀਆਂ ਦੇ ਲੱਗੇ ਆ, ਇਹਨਾਂ ਦਾ ਹਾਈ ਸਿਕਿਉਰਿਟੀ ਨੰਬਰ ਕੋਈ ਨਹੀਂ ਲੱਗਾ ਇਹਨਾਂ ਦੇ, ਤੇ ਨਾ ਕੋਈ ਪੁੱਛਦਾ ਹੀ ਆ ਨਾ ਕੋਈ ਡੱਕਦਾ ਹੀ ਆ। ਜਿੰਨਾ ਮਰਜ਼ੀ ਵੇਟ ਪਾ ਕੇ ਜਾਣ, ਕੋਈ ਨਹੀਂ ਪੁੱਛਦਾ ਇਹਨਾਂ ਨੂੰ। ਅੰਮ੍ਰਿਤਸਰ ਵਿੱਚ ਚੱਲਣ ਡੀਆਂ ਵਾ 12-12 ਕੁਇੰਟਲ ਪਾ ਕੇ 10-10 ਸਵਾਰੀਆਂ ਬਹਾ ਕੇ ਚੱਲਣ ਡੀਆਂ। ਟੈਂਪੂ ਵਾਲਿਆਂ ਦਾ ਵੀ ਰੋਜ਼ਗਾਰ ਖੋਇਆ ਗਿਆ ਵਾ ਤੇ ਰੇੜੇ ਘੋੜੇ ਵਾਲਿਆਂ ਦਾ ਵੀ ਰੋਜ਼ਗਾਰ ਖੋਇਆ ਗਿਆ ਤੇ ਛੋਟੇ ਹਾਥੀ ਵਾਲਿਆਂ ਦਾ ਰੋਜ਼ਗਾਰ ਖੋਇਆ ਗਿਆ। खबर आनंदपुर से है, जहां भारतीय रेलवे अमृत भारत स्टेशन योजना का स्थापना दिवस मनाया जा रहा है और रेलवे के अंबाला मंडल के आनंदपुर साहिब स्टेशन को पुनर्विकास के लिए चुना गया। बता दें, प्रधानमंत्री नरेंद्र मोदी ने वीडियो कॉन्फ्रेंसिंग के जरिए अमृत भारत स्टेशन योजना को लॉन्च किया। इस योजना के तहत देश के रेलवे स्टेशनों को रीडेवलप किया जाएगा। वहीं इस अवसर पर राष्ट्रीय अल्पसंख्यक आयोग के अध्यक्ष पूर्व आईपीएस इकबाल सिंह लालपुरा समेत कई अधिकारी मौजूद रहे। ਇਹ ਪਾਤਰ ਹੈ ਇਸ ਗੁਰੂਆਂ ਦੀ ਧਰਤੀ ਨੂੰ ਅੱਗੇ ਵਧਾਉਣ ਲਈ। ਭਾਵੇਂ ਅਨੰਦਪੁਰ ਸਾਹਿਬ ਦੇ ਵਿੱਚ 24.2 ਕਰੋੜ ਰੁਪਇਆ ਹੋਣ, ਨੰਗਲ ਦੇ ਵਿੱਚ 23.2 ਕਰੋੜ ਰੁਪਇਆ ਹੋਵੇ, ਜਾਂ ਰੋਪੜ ਦੇ ਵਿੱਚ ਰੂਪਨਗਰ ਦੇ ਵਿੱਚ 24 ਦੇ ਕਰੀਬ 24 ਕਰੋੜ ਰੁਪਇਆ, ਈਵਨ ਮੋਹਾਲੀ ਦੇ ਵਿੱਚ 24 ਕਰੋੜ ਰੁਪਇਆ ਲੱਗ ਕੇ ਸਾਰੇ ਰੇਲਵੇ ਸਟੇਸ਼ਨ ਦਾ ਨਵੀਨੀਕਰਨ ਹੋ ਰਿਹਾ, ਅਪਗ੍ਰੇਡੇਸ਼ਨ ਹੋ ਰਹੀ ਆ। ਇੱਥੇ ਟੂਰਿਜ਼ਮ ਆਏਗਾ, ਇੱਥੇ ਲੋਕ ਆਉਣਗੇ। ਟੂਰਿਜ਼ਮ ਇਜ਼ ਨਾਟ ਓਨਲੀ ਕਿ ਇੱਥੇ ਕੋਈ ਦੇਖਣ ਦਿਖਾਉਣ ਵਾਲਾ ਗੱਲ ਹੈ, ਸਭ ਤੋਂ ਵੱਡੀ ਗੱਲ ਹੈ ਗੁਰੂਆਂ ਨੂੰ ਨਤਮਸਤਕ ਹੋਣ ਵਾਲੇ ਆਦਮੀ, ਉਹਨਾਂ ਨੂੰ ਵੀ ਸਾਰੀਆਂ ਸਹੂਲਤਾਂ ਚਾਹੀਦੀਆਂ ਨੇ। ਦੁਨੀਆ ਭਰ ਦੇ ਵਿੱਚੋਂ ਲੋਕ ਇੱਥੇ ਆਉਣਗੇ, ਦੁਨੀਆ ਭਰ ਦੇ ਵਿੱਚੋਂ ਲੋਕ ਆ ਕੇ ਉਹਨਾਂ ਨੂੰ ਜਿਹੜੀ ਮੈਂ ਮੋਦੀ ਸਾਹਿਬ ਦਾ, ਅਸ਼ਵਨੀ ਵੈਸ਼ਨਵ ਜੀ ਦਾ ਦੁਬਾਰਾ ਧੰਨਵਾਦ ਕਰਦਾ, ਕਿਉਂਕਿ ਮੈਂ ਤੁਹਾਡੇ ਇਲਾਕੇ ਦਾ ਰਹਿਣ ਵਾਲਾ ਹਾਂ, ਇਸੇ ਧਰਤੀ ਦਾ ਰਹਿਣ ਵਾਲਾ। ਬੱਚੇ ਪ੍ਰਭਾਵਿਤ ਕਰ ਰਹੇ ਸੀ ਖਾਲਸਾ ਸਕੂਲ ਦਾ, ਤੇ ਮੈਨੂੰ ਮਾਣ ਮਹਿਸੂਸ ਹੋ ਰਿਹਾ ਸੀ ਕਿ ਮੈਂ ਸਕੂਲ ਦਾ ਪ੍ਰਧਾਨ ਹੈ ਤੇ ਬੱਚੇ ਜਿਹੜੇ ਆ ਕਿਸ ਤਰ੍ਹਾਂ ਇਹਨਾਂ ਨੇ ਡਿਵੈਲਪ ਕੀਤੇ, ਟੀਚਰ ਵੀ ਮੁਬਾਰਕ ਦੇ ਪਾਤਰ ਹੈ। ਸੋ ਅਸੀਂ ਇਹਨਾਂ ਦੇ ਸਾਰਿਆਂ ਦਾ ਵਧਾਈ ਦੇ ਪਾਤਰ ਹੈ ਕਿ ਇਹਨਾਂ ਨੇ
ਸਾਡੇ ਸਮਾਜ ਲਈ, ਸਾਡੇ ਦੇਸ਼ ਲਈ, ਸਾਡੀ ਇਸ ਧਰਤੀ ਲਈ ਕੰਮ ਕਰਨਾ ਆਰੰਭ ਕੀਤਾ ਹੈ। ਔਰ ਮੈਂ ਸਮਝਦਾ ਇਹ ਧਰਤੀ ਆਨੰਦਾਂ ਦੀ ਧਰਤੀ ਹੀ ਬਣੇਗੀ। ਸਭ ਤੋਂ ਪਹਿਲਾਂ ਇਹਨਾਂ ਨੂੰ ਜਾਂਦਾ ਕ੍ਰੈਡਿਟ ਪੂਰਾ रेलवे डिपार्टमेंट एम्प्लॉई, दूजा इत्थों दी एडमिनिस्ट्रेशन। खबर छाबड़ा से है, जहां शिरोमणि अकाली दल के विधायक तीरथ सिंह ने प्रेस कॉन्फ्रेंस का आयोजन किया, जहां उन्होंने किसानों को खाद लेने में आ रही मुश्किलों को लेकर बातचीत की। वहीं उन्होंने कहा कि आम आदमी पार्टी की सरकार आने से पहले खाद की ब्लैक मार्केट को लेकर बड़े बड़े वादे किए गए थे। वहीं दूसरी ओर ये भी कहा गया कि सुखबीर सिंह बादल और प्रकाश सिंह बादल किसान के बेटे हैं, तो वे किसान के दर्द को क्यों नहीं समझ रहे, और अब किसानों के हित में फैसला ले। अगर समय में किसानों को खाद पूरी नहीं मिली तो फसल खराब हो जाएगी, जिससे मार्केट में लोगों को परेशानी होगी। किसानों को बहुत बड़ी मुश्किल है। कई यूरिया जी खाद मिल नहीं रही, जे मिल रही है तो बहुत बड़ी तादाद ब्लैक दे विच मिल रही है। ब्लैक जे पुछदे किसान दुकानदारों को ब्लैक क्यों की जाती है, तो अगों उन्होंने जवाब है कि असी अगों भी ब्लैक च लै रहे हैं, क्योंकि 2 नंबर दे विच काम करना जिहड़ा ये सब तो माड़ा, क्योंकि ब्लैक दे विच खाद लैके किसान महंगे भाव दे विच पाउण तां मैं समझदा कि इदों माड़ी गल नहीं हो सकती। कई सोसाइटियां तो भी मैं पता किया, सोसाइटियां दे विच भी खाद आ जिहड़ी यूरिया है नहीं, क्योंकि अज जोबन ते सीजन है। आही जिहड़ी खाद है यूरिया झोने दे विच पैनी है, बासमती दे विच पैनी है, तो जे अज किसानां नूं खाद नहीं मिल रही तो इदों वड्डी मुश्किल नहीं हो सकती, क्योंकि किसान ये कह रहे कि जिहड़ी सरकार हर गल ते हर फ्रंट ते फेल हुई है। क्योंकि जदों सरदार प्रकाश सिंह जी बादल साहब मुख मंत्री हुंदे सन, सरदार सुखबीर सिंह जी बादल साहब डिप्टी मुख मंत्री हुंदे सन, कदे इहो जी किल्लत नहीं आई सी। जे किते माड़ी मोटी कंप्लेंट उन्हां कोल जांदी सी। होशियारपुर चिंतापूर्णी मार्ग पर सड़क दुर्घटना की खबर सामने आई, जहां इस हादसे में बस पलट गई। वहीं हादसे की सूचना मिलते ही स्थानीय अधिकारियों के साथ भारी पुलिस बल मौके पर पहुंचा और घायलों को इलाज के लिए अस्पताल में भर्ती कराया। इस हादसे में कोई जनहानि फिलहाल नहीं हुई है, लेकिन जानकारी के मुताबिक पीआरटीसी बस धर्मशाला से होशियारपुर आ रही थी, जहां मूंगवाल के पास बारिश के कारण अपना संतुलन खो बैठी और पहाड़ी से टकरा गई। ਇਹ ਹਾਦਸਾ ਜਿਹੜਾ ਆਪਣਾ ਇੰਟਰਸਟੇਟ ਬੈਰੀਅਰ ਹੈ ਉਹਦੇ ਲਾਗੇ ਹੋਇਆ ਹੈ। ਜਿਸ ਤਰ੍ਹਾਂ ਇਹ ਖਬਰ ਮਿਲੀ ਮੰਗੋਵਾਲ ਬੈਰੀਅਰ ਦੇ ਜਵਾਨਾਂ ਨੂੰ, ਉਹਨਾਂ ਨੇ ਨਾਲ ਹੀ ਕੰਟਰੋਲ ਰੂਮ ਤੇ ਇਤਲਾਹ ਦਿੱਤੀ ਕਿ ਇਸ ਤਰ੍ਹਾਂ ਦਾ ਐਕਸੀਡੈਂਟ ਹੋਇਆ, ਪੀਆਰਟੀਸੀ ਦੀ ਬੱਸ ਹੈ ਜਿਹੜੀ ਕਿ ਮੋੜ ਤੇ ਪਲਟ ਗਈ। ਉਸ ਤੋਂ ਬਾਅਦ ਮੌਕੇ ਤੇ ਕਾਫੀ ਇੱਥੇ ਪੁਲਿਸ ਪਹੁੰਚੀ ਹੈ, ਸਦਰ ਥਾਣੇ ਦੀ ਫੋਰਸ ਆਈ ਹੈ, ਪੀਸੀਆਰ ਦੀ ਫੋਰਸ ਆਈ ਹੈ, ਟ੍ਰੈਫਿਕ ਵਾਲੇ ਵੀ ਆਏ ਤੇ ਜਿਹੜੇ ਆਪਣੀ ਹਾਈਵੇ ਪੈਟਰੋਲਿੰਗ ਹੈ ਉਹ ਵੀ ਆਈ ਹੈ, ਤੇ ਆਪਣੇ ਜਿਹੜੇ ਡੀਐਸਪੀ ਸਿਟੀ ਸਰ ਸਬ ਡਿਵੀਜ਼ਨ ਦੇ ਉਹ ਵੀ ਇੱਥੇ ਆ ਕੇ ਉਹਨਾਂ ਨੇ ਵੀ ਮੌਕਾ ਦੇਖ ਲਿਆ। ਤੇ ਹੁਣ ਜਿਹੜੇ ਵੀ ਜਿਨ੍ਹਾਂ ਨੂੰ ਵੀ ਸੱਟਾਂ ਲੱਗੀਆਂ ਸੀ ਉਹਨਾਂ ਨੂੰ ਹਸਪੀਟਲ ਭੇਜ ਦਿੱਤਾ ਹੈ। ਜਿਹੜਾ ਡਰਾਈਵਰ ਸੀ ਜਿਹਦੇ ਜ਼ਿਆਦਾ ਸੱਟਾਂ ਲੱਗੀਆਂ ਉਹ ਵੀ ਚਲਾ ਗਿਆ, ਤੇ ਹੁਣ ਬਸ ਆਪਾਂ ਵੇਟ ਕਰਦੇ ਪਏ ਕਿ ਕਦੋਂ ਡਿਪੋ ਤੋਂ ਜੀਸੀਬੀ ਆਂਦੀ ਤੇ ਬੱਸ ਨੂੰ ਸਿੱਧੀ ਕਰਕੇ ਆਪਾਂ ਸਾਈਡ ਤੇ ਲਵਾ ਦਿੰਦੇ ਹਾਂ। ਇਹ ਹਾਦਸਾ ਜਿਹੜਾ ਆਪਣਾ ਇੰਟਰਸਟੇਟ ਬੈਰੀਅਰ ਹੈ ਉਹਦੇ धोगड़ी में एक बंद फैक्ट्री में छापेमारी की गई, जहां जोशी और उनकी टीम ने पुलिस के सहयोग से गाय मांस की पैकिंग कर रहे लोगों को पकड़ा, जिनमें से 12 बिहार का मुस्लिम है। बता दें, जब टीम ने मुस्लिम के साथ छापेमारी की तो चौकीदार गेट बंद करके भाग गए, जहां मौके से पुलिस ने 13 लोगों को पकड़ा, जबकि कुछ लोग छापेमारी की सूचना मिलते ही मौके से फरार हो गए। ਸਟੀਵ ਜੀ ਜਿਹੜੇ ਗੌਰਵਸ਼ਾ ਦੇ ਰਾਸ਼ਟਰ ਪ੍ਰੈਜ਼ੀਡੈਂਟ ਆ, ਉਹਨਾਂ ਦਾ ਮੈਨੂੰ ਸ਼ਾਮ ਨੂੰ ਕਾਲ ਆਇਆ ਸੀ ਕਿ ਇੱਦਾਂ ਦਾ ਸਾਨੂੰ ਇਨਫੋਰਮੇਸ਼ਨ ਹੈਗੀ ਹੈ ਕਿ ਇੱਥੇ ਬਹੁਤ ਵੱਡਾ ਜ਼ਖੀਰਾ ਜਿਹੜਾ ਫੈਕਟਰੀ ਦੇ ਵਿੱਚ ਹੈ, ਬਕਾਇਦਾ ਪਲਾਂਟ ਰੂਮ ਲਗਾ ਕੇ ਤੇ ਇਹਦੇ ਵਿੱਚ ਸਾਰਾ ਸਟੋਰ ਕੀਤਾ ਜਾਂਦਾ ਵਾ, ਤੇ ਆਪਾਂ ਸ਼ਾਮ ਤੋਂ ਹੀ ਇਹਦੀ ਰੇਕੀ ਸਾਰੀ ਕਰਦੇ ਪਏ ਸੀ। ਔਰ ਰੇਕੀ ਦੇ ਨਾਲ ਸਾਡਾ ਪੁਖਤਾ ਜਿਹੜਾ ਹੈਗਾ ਸਿਸਟਮ ਹੋ ਗਿਆ ਕਿ ਹਾਂਜੀ ਇੱਥੇ ਇਹ ਸਾਰਾ ਜਿਹੜਾ ਜ਼ਖੀਰਾ ਵਾ ਬਾਕੀ ਇੱਥੇ ਹੈਗੇ, ਇੱਥੇ ਬੰਦੇ ਅੰਦਰ 10 ਤੋਂ 15 ਬੰਦੇ ਜਿਹੜੇ ਹੈਗੇ ਕੰਮ ਕਰਦੇ ਪਏ ਆ। और ਜਿਹੜੇ ਕੰਮ ਕਰਦੇ ਆ ਰੋਹਾਂਗੀ ਮੁਸਲਮਾਨ ਆ ਜਿਹੜੇ ਹੈਗੇ ਆ ਬੰਗਾਲ ਤੋਂ ਆਏ ਆ, ਉਹੀ ਬੰਦੇ ਸਾਰੇ ਇੱਥੇ ਦੇ ਆਏ ਆ, ਜਿਹੜੇ ਕਿ ਪਹਿਲਾਂ ਵੀ ਇੰਨੀਆਂ ਵਾਰਦਾਤਾਂ ਕਰਦੇ ਰਹੇ। ਉਹ ਗਊ ਮਾਸ ਦਾ ਜਿਹੜਾ ਜ਼ਖੀਰਾ ਵਾ ਅੱਜ ਪੂਰਾ ਕੰਟੇਨਰ ਕੋਲਡ ਸਟੋਰ ਦੇ ਵਿੱਚ ਲਗਾ ਕੇ ਉਹਨੂੰ ਫਰੀਜ਼ ਕੀਤਾ ਗਿਆ ਵਾ, ਜਿਹੜਾ ਕਿ ਪੁਲਿਸ ਪ੍ਰਸ਼ਾਸਨ ਦੀ ਦੇਖ ਰੇਖ ਦੇ ਵਿੱਚ ਉਹਨਾਂ ਨੂੰ ਹੈਂਡਓਵਰ ਕਰ ਦਿੱਤਾ ਗਿਆ ਵਾ। ਔਰ ਪ੍ਰਸ਼ਾਸਨ ਨੂੰ ਇਹੀ ਮੰਗ ਕਰਦੇ ਆ ਕਿ ਜੇ ਦੇਖੋ ਕੁਝ ਦਿਨ ਪਹਿਲਾਂ ਇਹ ਹੱਡਾ ਰੋੜੀਆਂ ਦੇ ਵਿੱਚ ਵੀ ਇਹ ਮਾਸ ਫੜਿਆ ਸੀ, ਜਿਹਦੀ ਰਿਪੋਰਟ ਹਲੇ ਤੱਕ ਨਹੀਂ। ਐਸਐਸਪੀ ਸਾਹਿਬ ਨੂੰ ਆਪਾਂ ਬੇਨਤੀ ਕਰਦੇ ਆ ਕਿ ਦੇਖੋ ਜਲੰਧਰ ਸ਼ਹਿਰ ਦੇ ਵਿੱਚ ਇੰਨੇ ਵੱਡਾ ਜਿਹੜਾ ਕ੍ਰਾਈਮ ਹੋ ਰਿਹਾ ਵਾ ਗਊ ਮਾਸ।
फगवाड़ा के संपूर्ण फैक्ट्री में काम करते हुए एक मजदूर मशीन की चपेट में आ गया, जिससे वो काफी जख्मी हो गया। जहां मौजूद लोगों ने इलाज के लिए उसे निजी अस्पताल में भर्ती कराया, जहां इलाज के दौरान मजदूर की मौत हो गई। हादसे की सूचना मिलते ही थाना सिटी के एसएचओ अमनदीप नाहर पुलिस सहित मौके पर पहुंचे और हादसे की जांच पड़ताल शुरू कर दी। मौके पर जानकारी देते हुए एसएचओ अमनदीप ने बताया कि फिलहाल पोस्टमार्टम के बाद परिवार को शव सौंप दिया जाएगा। ਇਹ ਸੰਪੂਰਨਾ ਫੈਕਟਰੀ ਆ ਇੱਥੇ ਚਾਚੋ ਕੀ ਵਿਖੇ, ਉੱਥੇ ਲੜਕਾ ਹੀ ਕੰਮ ਕਰਦਾ ਸੀਗਾ। ਵਿਵੇਕ ਜਸਵਾਲ ਸਨ ਆਫ ਧਰਮਪਾਲ ਵਾਸੀ ਡੰਗੋ ਊਨਾ ਡਿਸਟ੍ਰਿਕਟ ਦਾ ਰਹਿਣ ਵਾਲਾ ਹਿਮਾਚਲ ਦਾ। ਤੇ ਇਹਨਾਂ ਦੀ ਕੋਈ ਮਸ਼ੀਨ ਚਲਾ ਰਿਹਾ ਸੀਗਾ ਤੇ ਮਸ਼ੀਨ ਦੇ ਵਿੱਚ ਇਹਦੀਆਂ ਲੱਤਾਂ ਹੋਣ ਦੇ ਕਾਰਨ ਇਹਦੀ ਜਿਹੜੀ ਮੌਤ ਹੋ ਗਈ। ਅਸੀਂ ਉੱਥੇ ਮੌਕਾ ਦੇਖਿਆ, ਮੌਕੇ ਤੋਂ ਲੱਗ ਰਿਹਾ ਵੀ ਇਹਦੀਆਂ ਜਿਹੜੀਆਂ ਮਸ਼ੀਨ ਜਿੱਥੇ ਉੱਪਰ ਸਹੀ ਕਰ ਰਿਹਾ ਸੀਗਾ ਉਹਦੇ ਵਿੱਚ ਇਹਦੀਆਂ ਥੱਲੇ ਵਾਲੀਆਂ ਦੋਨੇ ਲੱਤਾਂ ਦੇ ਥੱਲੇ ਵਾਲੇ ਹਿੱਸੇ ਆ ਗਏ ਤੇ ਉੱਥੋਂ ਜ਼ਿਆਦਾ ਬਲੀਡਿੰਗ ਹੋਣ ਦਾ ਕਰਕੇ ਇਹ ਉੱਪਰ 4th ਫਲੋਰ ਤੇ ਨਾਲ ਇਹਦੇ ਹੋਰ ਸੀਗੇ ਜਿਹੜੇ ਮੁੰਡਿਆਂ ਨੇ ਇਹਨੂੰ ਫਟਾਫਟ ਉੱਪਰੋਂ ਉਤਾਰਿਆ ਹੈ। 3-4 ਮੁੰਡੇ ਹੋਰ ਸੀਗੇ, ਉਹ ਫਿਰ ਲੈ ਕੇ ਇਹਨੂੰ ਹਸਪਤਾਲ ਪਹੁੰਚੇ ਤੇ ਆਉਂਦੇ ਇਹਦੀ ਡੈਥ ਹੋ ਗਈ। ਇਹ ਹੁਣ ਅਸੀਂ ਵੈਰੀਫਾਈ ਕਰਦੇ ਹਾਂ ਕਿਉਂਕਿ ਅਸੀਂ ਜਦੋਂ ਗਏ ਉਦੋਂ ਤਾਂ ਮਸ਼ੀਨਾਂ ਬੰਦ ਸੀਗੀਆਂ। ਸਾਰੇ ਜਿੰਨੇ ਵਰਕਰ ਹੈ ਉਹਨਾਂ ਨੂੰ बुला के सारा। कपूरथला में अलग अलग ट्रांसपोर्ट एसोसिएशन ने जुगाड़ रेहड़ी को बंद करने को लेकर रोष प्रदर्शन किया। प्रदर्शनकारियों के अनुसार जुगाड़ रेहड़ी गैर कानूनी ढंग से तैयार की जा रही हैं, जिनके पास सरकार द्वारा पास लोडिंग वाली गाड़ियां हैं। उन्हें हर साल हजारों रुपए का टैक्स भरना पड़ रहा है, लेकिन इसके बावजूद भी उन्हें भारी नुकसान उठाना पड़ रहा है, क्योंकि जुगाड़ रेहड़ी वाले कम दामों में माल की लोडिंग का काम करते हैं। बता दें, रेहड़ियों को बंद करने के लिए पहले भी कई पत्र शासन को दिए जा चुके हैं, लेकिन उन पर कोई कार्रवाई नहीं हुई। वहीं दूसरी तरफ प्रशासन की ओर से पहुंचे सुल्तानपुर लोधी के थाना अध्यक्ष ने प्रदर्शनकारियों को आगे की कार्रवाई का आश्वासन दिया। ਇਹਨਾਂ ਰੇੜੀਆਂ ਨਾਲ ਬਹੁਤ ਜ਼ਿਆਦਾ ਬੁਰਾ ਹਾਲ ਕੀਤਾ ਜੀ ਸਾਡਾ। ਇਹਨਾਂ ਦੇ ਸਾਡੀ ਜੇ ਨੰਬਰ ਪਲੇਟ ਸਰਕਾਰੀ ਨਹੀਂ ਲੱਗੀ ਤਾਂ ਸਾਨੂੰ ਇਹ ਗੱਲ ਕਹੀ ਜਾਂਦੀ ਆ ਕਿ ਤੁਹਾਡਾ ਚਲਾਨ ਕੀਤਾ ਜਾਊਗਾ, ਤਰੀਕ ਲੰਘ ਚੁੱਕੀ ਆ। ਇਹਨਾਂ ਦੇ ਦੇਖੋ ਜੀ ਕੋਈ ਨੰਬਰ ਪਲੇਟ ਹੀ ਨਹੀਂ ਲੱਗੀ। ਜੇ ਮੋਟਰਸਾਈਕਲ ਤੇ 2 ਬੰਦੇ ਆ ਜੀ, ਉਹ ਤੇ ਆਪਾਂ ਕਹਿੰਦੇ ਕਿ ਤੀਜਾ ਬੰਦਾ ਉੱਤੇ ਭੋਣੇ ਆ ਤਾਂ ਉਹਦਾ ਆਪਾਂ ਚਲਾਨ ਕੱਟਾਂਗੇ ਜੀ, ਠੀਕ ਹੈ ਜੀ। ਇਹਦੇ ਦੱਸੋ ਜੀ ਉਹ ਤੇ ਚਲਾਨ ਹੋ ਜਾਂਦਾ, ਇਹਨਾਂ ਦਾ ਚਲਾਨ ਕਿਉਂ ਨਹੀਂ ਹੁੰਦਾ? 15 ਕੁਇੰਟਲ ਤੋਂ 14-15 ਕੁਇੰਟਲ ਮਾਲ ਲੋਡ ਕਰਨ ਰਹੇ ਆ ਜੀ ਉੱਤੇ, ਠੀਕ ਹੈ ਜੀ। ਸਾਨੂੰ ਕਹਿੰਦੇ ਕਿ ਤੁਹਾਡੇ ਮੋਟਰਸਾਈਕਲ ਤੇ ਆਪਾਂ ਜਾਂਦੇ ਆ, ਆਪਾਂ ਨੂੰ ਕਹਿੰਦੇ ਹੈਲਮਟ ਦਾ ਚਲਾਨ ਕੱਟਾਂਗੇ। ਇਹਨਾਂ ਦੱਸੋ ਹੈਲਮਟ ਕਿੱਥੇ ਆ ਜੀ? ਇਹ ਜਹਾਜ਼ ਰਾਹੀਂ ਆਣ ਰਹੇ ਆ, ਇਹਨਾਂ ਚਲਾਨ ਕਿਉਂ ਨਹੀਂ ਕੱਟ ਰਹੇ ਜੀ? ਕਿਤੇ ਨਾ ਕਿਤੇ ਪ੍ਰਸ਼ਾਸਨ ਨਗੈਲੀ ਪੂਰੀ ਨਗੈਲੀ ਆ ਜੀ। ਦੱਸੋ ਇਹਨਾਂ ਦਾ ਫਿਰੋਜ਼ਪੁਰ ਤੱਕ ਇਹ ਟਾਇਰ ਲੈ ਕੇ ਜਾਂਦੇ ਆ ਜੀ। ਸਾਡੀ ਜਲੰਧਰ ਤੱਕ ਗੱਡੀ 50 ਕਿਲੋਮੀਟਰ ਤੇ 3 ਵਾਰੀ ਪੁਲਿਸ ਚੈਕਿੰਗ ਕਰਦੀ ਆ, ਠੀਕ ਹੈ ਜੀ। ਇਹ ਫਿਰੋਜ਼ਪੁਰ ਤੱਕ ਜਾਂਦੇ, ਇਹਨਾਂ ਦੀ ਕੋਈ ਚੈਕਿੰਗ ਨਹੀਂ ਕਰਦੇ। ਇਹਨਾਂ ਨੂੰ ਕਿਉਂ ਨਹੀਂ ਰੋਕਿਆ ਜਾਂਦਾ? ਇਹਨਾਂ ਨੂੰ ਜਾ ਕੇ ਦੇਖੋ, ਇਹਨਾਂ ਦੀਆਂ ਗੱਡੀਆਂ ਦੇ ਕਿਸੇ ਦੇ ਨੰਬਰ ਪਲੇਟ ਸਰਕਾਰੀ ਨਹੀਂ ਲੱਗੀ। ਮੋਟਰਸਾਈਕਲ 15-20 ਸਾਲ ਪੁਰਾਣੇ ਇਹਨਾਂ ਦੇ ਮੋਟਰਸਾਈਕਲ ਵਾ, 15 ਸਾਲ ਪੁਰਾਣੀ ਕਹਿੰਦੇ ਗੱਡੀ ਬੰਦ ਕਰ ਦਾਂਗੇ। ਜੇ ਸਾਡੇ ਕੋਲ 3 ਗੱਡੀਆਂ ਵਾ, ਅਸੀਂ ਕਰੋਨਾ ਦੇ ਦਿਨਾਂ ਦੇ ਵਿੱਚ ਇੱਕ ਗੱਡੀ ਵੇਚ ਕੇ ਆਪਦੀ ਦੂਜੀਆਂ ਗੱਡੀਆਂ ਦੇ ਟੈਕਸ ਪੇ ਕੀਤੇ ਆ ਜੀ। ਜੇ ਸਾਡੀ 7 ਲੱਖ ਦੀ ਗੱਡੀ ਆ, ਠੀਕ ਹੈ ਜੀ, 7 ਲੱਖ ਦੀ ਗੱਡੀ ਨੂੰ ਜੇ ਸਾਡੇ ਕੋਲ ਟੈਕਸ ਨਹੀਂ ਪੂਰੇ ਤਰਦੇ, ਉਹ ਅਸੀਂ ਸਕ੍ਰੈਪ ਦੇ ਭਾਅ ਕਵਾੜੀਆਂ ਨੂੰ ਵੇਚਦੇ। ਸਾਡੀ ਲੱਖ ਰੁਪਏ ਦੀ ਗੱਡੀ ਵਿਕਣ ਡਈ ਆ, ਸਿਰਫ ਇਹਨਾਂ ਦਾ ਕਰਕੇ, ਪ੍ਰਸ਼ਾਸਨ ਦਾ ਕਰਕੇ, ਠੀਕ ਹੈ ਜੀ। ਅਸੀਂ ਇਹ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਇਹਨਾਂ ਦੇ ਪੂਰੀ ਕਾਰਵਾਈ ਕੀਤੀ ਜਾਵੇ। ਸੁਲਤਾਨਪੁਰ ਲੋਧੀ ਦੇ ਵਿੱਚ ਗੁਰੂ ਨਾਨਕ ਟੈਂਪੂ ਯੂਨੀਅਨ ਜਿਹੜੇ ਆਮ ਤੌਰ ਤੇ ਬੋਲਣ 'ਚ ਆਪਾਂ ਛੋਟੇ ਹਾਥੀ ਵਾਲੇ ਕਹਿੰਦੇ ਆ, ਉਹਨਾਂ ਦੇ ਮਾਲਕਾਂ ਦੇ ਰੋਸ ਪ੍ਰਦਰਸ਼ਨ ਕੀਤਾ ਹੈ ਤਲਵੰਡੀ ਪੁਲ ਦੇ ਉੱਤੇ ਕਿ ਜਿਹੜੀਆਂ ਮੋਟਰਸਾਈਕਲ ਵਾਲੀਆਂ ਰੇਹੜੀਆਂ ਉਹ ਗੈਰ ਕਾਨੂੰਨੀ ਹੈ ਔਰ ਉਹਨਾਂ ਦੇ ਰੁਜ਼ਗਾਰ ਨੂੰ ਜਿਹੜਾ ਬਹੁਤ ਧੱਕਾ ਲੱਗ ਰਿਹਾ ਇਸ ਗੱਲ ਦਾ। ਵੀ ਅਸੀਂ ਰਜਿਸਟ੍ਰੇਸ਼ਨ ਵੀ ਕਰਵਾਈ ਆ, ਅਸੀਂ ਸਰਕਾਰ ਨੂੰ ਜਿਹੜਾ ਰਜਿਸਟ੍ਰੇਸ਼ਨ ਦੀ ਫੀਸ ਵੀ ਭਰਦੇ ਆ। ਮੈਂ ਥਾਣਾ ਸੁਲਤਾਨਪੁਰ ਵੱਲੋਂ ਆਇਆ, ਮੰਗ ਪੱਤਰ ਮੈਂ ਲੈ ਲਿਆ ਔਰ ਮੈਂ ਵਿਸ਼ਵਾਸ ਦਿਵਾਇਆ ਕਿ ਕੱਲ ਹੀ ਅਸੀਂ ਸਾਡੇ ਮਾਨਯੋਗ ਡੀਐਸਪੀ ਸਾਹਿਬ ਨਾਲ ਇਹਨਾਂ ਦੀ ਮੀਟਿੰਗ ਕਰਵਾ ਕੇ ਜੋ ਵੀ ਕਾਰਵਾਈ ਬਣਦੀ ਹੈ ਉਹਦੇ ਤੇ ਬਿਲਕੁਲ ਹੋ ਜਾਏਗੀ। ਮੇਰੇ ਦਿੱਤੇ ਵਿਸ਼ਵਾਸ ਤੇ ਉਹਨਾਂ ਨੇ ਵੀ ਵਿਸ਼ਵਾਸ ਕਰਕੇ ਉਹ ਧਰਨਾ ਉਠਾ ਰਿਹਾ ਜੀ। ਸ਼੍ਰੀ ਗੁਰੂ ਨਾਨਕ ਦੇਵ ਜੀ ਮਿੰਨੀ ਟਰਾਂਸਪੋਰਟ ਸੁਲਤਾਨਪੁਰ ਲੋਧੀ ਦੇ ਮਾਧਿਅਮ ਰਾਹੀਂ ਆਪ ਸਭ ਨਾਲ ਵਿਚਾਰ ਜੋ ਕਿ ਪੇਸ਼ ਕਰ ਰਹੇ ਹਾਂ। ਸਾਡੀ ਸਭ ਤੋਂ ਵੱਡੀ ਪ੍ਰੋਬਲਮ ਅੱਜ ਤੋਂ ਨਹੀਂ ਲੈ ਕੇ ਜਾਣੀ ਕਿ ਕਾਫੀ ਸਮੇਂ ਤੋਂ 5-4 ਸਾਲ ਪਹਿਲਾਂ ਵੀ ਅਸੀਂ ਡੀਸੀ ਸਾਹਿਬ, ਐਸਡੀਐਮ ਸਾਹਿਬ, ਡੀਐਸਪੀ ਸਾਹਿਬ ਇਹਨਾਂ ਦੇ ਮਾਧਿਅਮ ਰਾਹੀਂ ਜੋ ਕਿ ਆਪਣੇ ਮੰਗ ਪੱਤਰ ਪਹਿਲਾਂ ਵੀ ਦੇ ਚੁੱਕੇ ਹਾਂ, ਜਿਹੜੇ ਕਿ ਜਗਾੜੂ ਵਾਹਨ ਜੋ ਕਿ ਅਨਲੀਗਲ ਤੌਰ ਤੇ ਨਜਾਇਜ਼ ਤੌਰ ਤੇ ਬਣਾਏ ਗਏ ਹਨ, ਜਿਨ੍ਹਾਂ ਦਾ ਕਰਕੇ ਸਾਡੇ ਜੋ ਕਿ ਮਿੰਨੀ ਟਰਾਂਸਪੋਰਟ ਚਾਲਕਾਂ ਦੇ ਔਰ ਮਾਲਕਾਂ ਨੂੰ ਬਹੁਤ ਭਾਰੀ ਨੁਕਸਾਨ ਹੋ ਰਿਹਾ ਹੈ। ਕਿਉਂਕਿ ਅਸੀਂ ਲੱਖਾਂ ਹੀ ਗੱਡੀਆਂ ਜਿਹੜੀਆਂ ਲਗਭਗ ਰਜਿਸਟਰਡ ਗੱਡੀਆਂ 9 ਲੱਖ ਦੇ ਕਰੀਬ ਜਿਹੜੀ ਰਜਿਸਟਰਡ ਗੱਡੀ ਆ ਜਿਹੜੀ ਮਿੰਨੀ ਟਰਾਂਸਪੋਰਟ ਦੇ ਵਿੱਚ, ਔਰ ਇਹਨਾਂ ਦੇ ਮਿਲਾ ਕੇ ਕਰੀਏ 27 ਲੱਖ ਪਰਿਵਾਰ ਜਿਹੜਾ ਇਸ ਟਾਈਮ ਬੇਰੋਜ਼ਗਾਰ ਬੈਠਾ ਹੈ ਸਿਰਫ ਇੱਕ ਰੇਹੜੀਆਂ ਦਾ ਕਰਕੇ, ਜੋ ਕਿ ਬਿਲਕੁਲ ਗੈਰ ਕਾਨੂੰਨੀ ਤਰੀਕੇ ਨਾਲ ਬਣਾਈਆਂ ਗਈਆਂ ਹਨ। ਅਸੀਂ ਸਾਰੇ ਹਰ ਸਾਲ ਇੱਕ ਗੱਡੀ ਦਾ ਘੱਟੋ ਘੱਟ 30-40 ਲੱਖ ਰੁਪਏ 30-40 ਹਜ਼ਾਰ ਰੁਪਏ ਜੋ ਟੈਕਸਾਂ ਦਾ ਭਰਦੇ ਹਾਂ, ਇੰਸ਼ੋਰੈਂਸ ਕਰਾਉਂਦੇ ਹਾਂ, ਪੋਲਿਊਸ਼ਨ ਕਰਾਉਂਦੇ ਹਾਂ, ਪਾਸਿੰਗ ਕਰਾਉਂਦੇ ਹਾਂ, ਔਰ ਸਾਨੂੰ ਹਰ ਸਾਲ ਇਹ ਪੇ ਕਰਨਾ ਹੀ ਪੈਂਦਾ। ਪਰ ਇਹ ਰੇਹੜੀਆਂ ਦਾ ਕੋਈ ਕਾਗਜ਼ ਨਹੀਂ, ਕੋਈ ਕੁਛ ਨਹੀਂ। ਈਵਨ ਇੱਥੋਂ ਤੱਕ ਕਿ ਤੁਸੀਂ ਇਹਨਾਂ ਦੀ ਚੈਕਿੰਗ ਕਰਕੇ ਦੇਖ ਲਓ, 90% ਰੇਹੜੇ ਜਿਹੜੇ ਚੋਰੀ ਦੇ ਮੋਟਰਸਾਈਕਲ
पूरे देश में अमृत भारत स्टेशन योजना के तहत देश के 508 रेलवे स्टेशन अपग्रेड किए जाएंगे। इसमें कपूरथला के भी रेलवे स्टेशन को अपग्रेड किया जा रहा है। इस संबंध में कपूरथला रेलवे स्टेशन में एक भव्य समारोह का आयोजन किया गया, जिसके चलते इस समारोह में कपूरथला से कांग्रेस विधायक और खंडूर साहिब लोकसभा से कांग्रेसी सांसद जसबीर सिंह गिल ने शिरकत की और विधायक राणा गुरजीत सिंह ने इस योजना को बेहतर बताते हुए कपूरथला रेलवे स्टेशन को श्रेय कांग्रेसी सांसद जसबीर सिंह गिल को दिया। ਇਹ ਇੱਕ ਬਹੁਤ ਵਧੀਆ ਉਪਰਾਲਾ ਵਾ। ਕਾਫੀ ਦੇਰ ਦੀ ਸਾਡੀ ਇਹ ਕੋਸ਼ਿਸ਼ ਸੀਗੀ ਕਿ ਕਪੂਰਥਲਾ ਰੇਲਵੇ ਸਟੇਸ਼ਨ ਨੂੰ ਇੱਕ ਬਹੁਤ ਉੱਤਮ ਤੇ ਨਵੀਨ ਜਿਹੜਾ ਰੇਲਵੇ ਸਟੇਸ਼ਨ ਬਣਾਇਆ ਜਾਵੇ। ਮੈਂ ਧੰਨਵਾਦੀ ਮਾਨਯੋਗ ਪ੍ਰਧਾਨ ਮੰਤਰੀ ਜੀ ਦਾ, ਜਿਨ੍ਹਾਂ ਸਾਡੀ ਬੇਨਤੀ ਮੰਨੀ। ਅੰਮ੍ਰਿਤ ਰੇਲਵੇ ਸਟੇਸ਼ਨ ਸਕੀਮ ਦੇ ਵਿੱਚ ਇਸ ਨੂੰ ਲਿਆਂਦਾ। ਇਸ ਸਟੇਸ਼ਨ ਦੇ ਉੱਤੇ 20 ਕਰੋੜ ਦੇ ਕਰੀਬ ਪੈਸਾ ਖਰਚ ਆਉਣਾ ਤੇ ਮੰਤਰੀ ਸਾਹਿਬ ਨੇ ਮੈਨੂੰ ਕਿਹਾ ਸੀ ਪੈਸੇ ਦੀ ਤੁਸੀਂ ਫਿਕਰ ਨਾ ਕਰੋ, ਅਸੀਂ ਵੱਧ ਵੀ ਲੱਗਣਾ ਹੋਇਆ ਅਸੀਂ ਦੇਵਾਂਗੇ। ਇਸ ਤੋਂ ਇਲਾਵਾ ਜਿਹੜੀਆਂ ਇਹ ਤੋਂ ਨਵੀਆਂ ਅਸੀਂ ਕੁਝ ਰੇਲਵੇ ਜਿਹੜੀਆਂ ਟ੍ਰੇਨਾਂ ਚਲਾਉਣੀਆਂ ਉਹਦਾ ਵੀ ਉਪਰਾਲਾ ਚੱਲ ਰਿਹਾ। ਇੱਕ ਕੁਝ ਸਟਾਪੇਜ ਬਣਾਉਣੇ ਆ ਇੱਥੇ, ਉਹ ਵੀ ਜਿਹੜਾ ਵਾ ਉਪਰਾਲਾ ਚੱਲ ਰਿਹਾ। ਛੇਤੀ ਹੀ ਕਪੂਰਥਲਾ ਵਾਸੀਆਂ ਨੂੰ ਅਸੀਂ ਕਪੂਰਥਲਾ ਰੇਲਵੇ ਸਟੇਸ਼ਨ ਦੀ ਰੀਡਿਵੈਲਪਮੈਂਟ ਦਾ ਉਦਘਾਟਨ ਕੀਤਾ ਗਿਆ, ਫਾਊਂਡੇਸ਼ਨ ਸਟੋਨ ਰੱਖੀ ਗਈ। ਮੈਂ ਜਸਬੀਰ ਸਿੰਘ ਗਿੱਲ ਡਿੰਪਾ ਜੀ ਜਿਹੜੇ ਸਾਡੇ ਮੈਂਬਰ ਪਾਰਲੀਮੈਂਟ ਨੇ, ਇਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ। ਇਹ ਹਿੰਦੁਸਤਾਨ 'ਚ ਹਜ਼ਾਰਾਂ ਰੇਲਵੇ ਸਟੇਸ਼ਨ ਨੇ ਔਰ ਕਪੂਰਥਲੇ ਦੀ ਅਗਰ ਡਿਵੈਲਪਮੈਂਟ ਹੋਈ ਆ ਤੇ ਜਸਬੀਰ ਸਿੰਘ ਜੀ ਗਿੱਲ ਜਿਨ੍ਹਾਂ ਨੇ ਪਰਸੂ ਕੀਤਾ ਕੇਸ, ਜਿਹੜੇ ਪਰਸੂ ਕਰਦੇ ਆ ਉਹਨਾਂ ਦੇ ਕੰਮ ਹੋ ਜਾਂਦੇ ਆ। ਸੋ ਗਿੱਲ ਸਾਹਿਬ ਦਾ ਧੰਨਵਾਦ। ਗਿੱਲ ਸਾਹਿਬ ਨੂੰ ਮੈਂ ਸਟੇਜ ਤੋਂ ਵੀ ਬੇਨਤੀ ਕੀਤੀ ਆ ਔਰ ਮੈਂ ਪ੍ਰਧਾਨ ਮੰਤਰੀ ਸਾਹਿਬ ਦਾ ਵੀ ਧੰਨਵਾਦ ਕਰਨਾ ਚਾਹੁੰਦਾ, ਰੇਲਵੇ ਮਿਨਿਸਟਰ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਕਿ ਜਿਨ੍ਹਾਂ ਨੇ ਸਾਡਾ ਅਪਗ੍ਰੇਡ ਰੀਡਿਵੈਲਪਮੈਂਟ ਦੇ ਵਿੱਚ ਸਾਡਾ ਇਹ ਪ੍ਰੋਜੈਕਟ ਪਾਇਆ। ਇਹਦੇ ਨਾਲ ਇੱਕ ਗੱਲ ਜੁੜਦੀ ਹੋਰ ਹੈ ਜਿਹੜੀ ਮੈਂ ਕਰਨਾ ਚਾਹੁੰਦਾ, ਮੈਂ ਲਿਖ ਕੇ ਮੈਂਬਰ ਪਾਰਲੀਮੈਂਟ ਸਾਹਿਬ ਨੂੰ ਵੀ ਦਿਆਂਗਾ ਕਿ ਵੇਖੋ ਰੇਲਵੇ ਸਟੇਸ਼ਨ ਦਾ ਮੂੰਹ ਇਧਰ ਨੂੰ ਆ ਜਾਣਾ। ਸਾਡੇ ਦੇਸ਼ ਦੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਵੱਲੋਂ ਜੋ ਪੂਰੇ ਦੇਸ਼ ਦੇ ਵਿੱਚ 508 ਰੇਲਵੇ ਸਟੇਸ਼ਨ ਬਣਾਏ ਜਾ ਰਹੇ ਆ, ਉਹਨਾਂ ਨੂੰ ਅਪਗ੍ਰੇਡ ਕੀਤਾ ਜਾ ਰਿਹਾ। ਉਸ ਸੰਬੰਧ ਵਿੱਚ ਕਪੂਰਥਲਾ ਨੂੰ ਵੀ ਬਹੁਤ ਵੱਡੀ ਸੁਗਾਤ ਮਿਲੀ ਆ ਔਰ ਕਪੂਰਥਲਾ ਵਾਸੀਆਂ ਨੂੰ ਤਕਰੀਬਨ 27 ਕਰੋੜ ਰੁਪਏ ਜਿਹੜਾ ਆ ਉਹ ਸਟੇਸ਼ਨ ਨੂੰ ਨਵੀਨੀਕਰਨ ਵਾਸਤੇ ਮਿਲਿਆ ਔਰ ਇਹਦਾ ਟੈਂਡਰ ਵੀ ਹੋ ਚੁੱਕਾ ਵੀ ਗੱਲੀ ਬਾਤੀ ਨਹੀਂ, ਇਹ ਕੰਮ ਜਲਦੀ ਪੂਰਾ ਹੋ ਜਾਣਾ। ਔਰ ਇਸ ਵਾਸਤੇ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਰੇਲਵੇ ਮਿਨਿਸਟਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਇਹ ਜਿਹੜਾ ਸਟੇਸ਼ਨ ਹੋਊਗਾ ਇਹ ਬੜਾ ਆਧੁਨਿਕ ਤੌਰ ਦੇ ਉੱਪਰ ਹੋਊਗਾ, ਜਿੱਦਾਂ ਇੱਕ ਮਾਲ 'ਚ ਆਪਾਂ ਜਾਈਦਾ ਉਸ ਤਰ੍ਹਾਂ ਦੀ ਹਰ ਸੁੱਖ ਸਹੂਲਤਾਂ ਇਹਦੇ ਵਿੱਚ ਹੋਣਗੀਆਂ, ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਹਰ ਇੱਕ ਵਰਗ ਦਾ ਖਿਆਲ ਰੱਖਿਆ। ਉਹ ਭਾਵੇਂ ਗਰੀਬ ਹੋਵੇ, ਭਾਵੇਂ ਉਹ ਜਿਸ ਮਰਜ਼ੀ ਵਰਗ ਨਾਲ ਸੰਬੰਧਿਤ ਹੋਵੇ, ਉਸ ਨੂੰ ਕੋਈ ਦਿੱਕਤ ਨਾ ਹੋਵੇ, ਕੋਈ ਭਿੰਨ ਭੇਜ ਨਾ ਹੋਵੇ। ਸੋ ਸਬਕਾ ਸਾਥ ਸਬਕਾ ਵਿਕਾਸ ਦੇ ਨਾਅਰੇ ਦੇ ਨਾਲ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਇਹ ਜਿਹੜਾ ਕੰਮ ਕੀਤਾ ਸੀ, ਤਹਿ ਦਿਲ ਤੋਂ ਸਮੁੱਚੀ ਭਾਰਤੀ ਜਨਤਾ ਪਾਰਟੀ ਲੀਡਰਸ਼ਿਪ, ਸਮੁੱचे कपूरथला वासियों वालों को धन्यवाद। लुधियाना नगर निगम चुनाव से पहले वार्ड बंदी को लेकर ऐतराज जताने का सिलसिला लगातार जारी है, लेकिन कांग्रेसियों ने सीढ़ी लेकर कॉरपोरेशन जोन डी के दफ्तर में पहुंचे और अपना ऐतराज जताया। कहा कि नक्शा इस हिसाब से लगा है कि वो सीढ़ी के साथ लेंस लेकर यहां पर पहुंचे हैं, लेकिन तब भी उन्हें अपना नक्शा अपने वार्ड दिखाई नहीं दे रहा है। तो उन्होंने कहा ये उनका सिंबॉलिक अधिकार है और इस तरह प्रोटेस्ट करके उन्होंने नगर निगम को जगाने की कोशिश की। हालांकि सिर्फ 7 दिनों में ही अपना ऐतराज लोग जता सकते हैं, लेकिन वो भी बीच में 2 छुट्टियां आ गई, जिसका ऐतराज भी इन कांग्रेसी कॉरपोरेशन के उम्मीदवारों को है। खबर नाहन से है, जहां स्थानीय लोगों ने समस्याओं को लेकर उपायुक्त सिरमौर से मुलाकात कर ज्ञापन सौंपा और समस्याओं की मांग उठाई। वहीं स्थानीय महिला ने बताया कि वार्ड की सड़क नगर परिषद नाहन द्वारा साल 2001 में इस सड़क का निर्माण किया गया था, जिसके बाद आज तक इस सड़क की कोई सुध नहीं ली गई। अब सड़क पूरी तरह से टूट गई है, जिस कारण यहां अक्सर हादसे हो रहे हैं। स्थानीय महिलाओं ने बताया कि सड़क की मरम्मत कार्य को लेकर म्युनिसिपल कॉरपोरेशन से भी बार बार अनुरोध किया गया, लेकिन इसके बाद भी आज तक इस सड़क की दशा सुधारने का कोई नाम नहीं ले रहा है। विक्रम कैसल की सड़क 2001 में कच्ची थी, पक्की करवाई गई थी म्युनिसिपल कमेटी से, और उसके बाद आज 22 साल हो गए, ना तो कोई वहाँ रिपेयर करने आता है, ना कोई वहाँ की तरफ ध्यान देता है। कई बार म्युनिसिपल कमिश्नर से भी हमने रिक्वेस्ट की,
कमेटी में एप्लीकेशन दी, पर कोई भी वहाँ आके राजी नहीं हो रहा। और अभी इतनी बदतर हालत होगी बारिश बरसात में कि कई गाड़ियाँ स्किड हो जाती हैं, कई बच्चे गिर गए, कई बुजुर्ग गिर गए, वहाँ से आना पड़ता है, हॉस्पिटल आना, कहीं बहुत ज़्यादा दिक्कत में। हमने अभी पिछले 5-7-10 दिन पहले कमेटी को एप्लीकेशन दी, उन्होंने इनकार किया कि भी अभी हमारे पास बजट नहीं है, ये कह के हमें टाल दिया। इसलिए हम आज डीसी साहब से मिलने आए कि हमारी समस्या इस प्रकार से है कि जो वार्ड नंबर 12 शमशेरपुर छावनी बिक्रम कैंसल का एरिया है, वहाँ पर 2021 में सड़क का निर्माण किया गया था और आज तक दोबारा उसको ना तो म्यूनिसिपल कमेटी ने रिपेयर किया और ना ही उसकी तरफ मतलब कोई भी ध्यान दिया गया। यही हाल वहाँ पे लाइटों का भी है, स्ट्रीट लाइट पे कोई रिपेयर करने के लिए नहीं आता। इसलिए हम बार बार प्रशासन से गुजारिश कर चुके हैं। म्यूनिसिपल कमेटी में कई बार हमने अर्जी वहाँ पर दी है, लेकिन उस पर कोई भी अमल नहीं लाया गया। ये इसलिए आज हम जितने भी मेंबर हैं मिलने के लिए डीसी साहब के पास आए हैं ताकि हमारी समस्या का समाधान हो सके। ताजा मामला नंगल से सामने आ रहा है, जहां एक युवक की पशुशाला से तेंदुए ने लगभग 2 महीने की बछड़े को अपना शिकार बना लिया। बता दें, युवक को उसकी भनक तब लगी जब वो अपनी गाय का दूध दूहने गया, लेकिन उसे बछड़ा नहीं मिला और बछड़े का शव छत विशत शव मिला, जिसे देखने की युवक की पैरों तले जमीन खिसक गई। फिलहाल तेंदुए की खबर सुनकर गांव निवासियों को अपने बच्चों को डर सताने लगा है। वहीं सरपंच बबरीत सिंह ने कहा कि इससे पहले भी तेंदुए की कई जानवरों को अपना शिकार बना चुका है और विभाग की ओर से कई बार पिंजरा लगाया गया, लेकिन तेंदुए पिंजरे में नहीं फंसा। पहले भी इतने जब भी ਜਿਹੜੇ गरीब लोगों ने जीवन यापन ने तो सारे डंगर पशु है या खेतीबाड़ी है, ये बकरी चारते अपनियां या गाइयां मझां, चीता सामने तो ही जो तेंदुआ है वो सामने तो ले जाएगा चक है, फिर बंदा क्या करे। हूं तो अज तो बिल्कुल घर च ही वड़ गया आके, होर बच्चे सैर करते होण शाम के टाइम, फिर बच्चे भी खतरा हो गया। हूं तो पहले थोड़ी दूर था, हूं तो घर है, घर तुम देख लिया मौके का। ताजी दी 1-1.5 महीने बच्चा था गाय का, ਉਹਨੂੰ ਲੈ ਕੇ ਚੱਕਾ। ਬਾਕੀ ਥੋੜਾ ਹੋਟਲੀ ਵਗੈਰਾ ਇੱਥੇ ਪਈ, ਬਾਕੀ ਪਿੰਜਰ ਤੇ ਲੈ ਗਿਆ ਚੱਕਾ। ਡਿਮਾਂਡ ਕਰਦੇ ਸਰਕਾਰ ਮੋਹਰ ਹੈ ਵੀ ਇਹਦਾ ਜਲਦ ਹੱਲ ਕੀਤਾ ਜਾਵੇ। ਪ੍ਰਸ਼ਾਸਨ ਪਹਿਲੇ ਵੀ ਥੱਲੇ ਪੁੱਜ ਗਿਆ, ਉੱਥੇ ਮਹਿੰਦਰ ਸਿੰਘ ਡੈਰੀ ਵਾਲਾ ਕੋਈ, ਉਹਦੇ ਉੱਥੇ ਵੀ ਪਿੰਜਰਾ 2 ਮਹੀਨੇ ਉੱਥੇ ਲਾ ਰੱਖਿਆ, ਪਰ ਪਿੰਜਰ ਜਾਂਦਾ ਨਹੀਂ ਹੈ। ਫਿਰ ਜਿਹੜੇ ਆਮ ਜਿਹਨਾਂ ਦਾ ਰੋਟੀ ਪਾਣੀ ਖਰਚਾ ਸਾਰਾ ਡੰਗਰ ਪਸ਼ੂ ਦੇ, ਸਾਡਾ ਪਿੰਡ ਹੈ ਇਦਾਂ ਹੀ ਹੈ, ਖੇਤੀਬਾੜੀ ਉੱਤੇ ਨਿਰਭਰ ਹੈ, ਤਾਂ ਉਹਦਾ ਨੁਕਸਾਨ ਹੋ ਰਿਹਾ, ਉਹ ਕੀ ਕਰਨ ਫਿਰ। ਨੁਕਸਾਨ ਮਰ ਜੀ ਰਾਤ ਸੁੱਤੇ ਪਏ ਅਸੀਂ ਤੇ ਰਾਤ ਨੂੰ ਕਿਹੜੇ ਇਹ ਨਹੀਂ ਪਤਾ ਵੀ ਕਿਹੜੇ ਵੇਲੇ ਜਾਨਵਰ ਚੀਤਾ ਹੈ ਜੀ ਸੁੱਤੇ ਨਾਲ ਜਾਂ ਸਵੇਰ ਨੂੰ ਅਸੀਂ ਚੋਣ ਨੂੰ ਆਏ, ਉਸ ਵੇਲੇ ਮਤਲਬ ਬੱਚਾ ਹੈ ਨਾ ਸੋ ਬਿਲਕੁਲ ਖਾ ਗਿਆ ਜੀ, ਮਤਲਬ ਅੰਦਰ ਜਿਹਨ ਮਤਲਬ ਚਰੇ ਦਾ ਹੁੰਦਾ ਉਹੀ ਤਾਂ ਰਿਹਾ ਹੋਗਾ। ਚੱਕ ਕੇ ਪਤਾ ਨਹੀਂ ਕਿੱਧਰ ਨੂੰ ਲੈ ਗਿਆ ਕਿੱਧਰ ਨਹੀਂ। ਅੱਗੇ ਵੀ ਮਤਲਬ ਇੱਥੇ ਬੜੇ 2 ਦਿਨ ਬੱਕਰੀਆਂ ਕੁੱਤੇ ਲੈ ਕੇ ਚੱਕ ਕੇ, ਸਾਡੇ ਭਰਾ ਦੀ ਬੱਕਰੀ ਕੋਲ ਹੁੰਦੇ 4 ਦੇ ਮਤਲਬ ਲੈ ਕੇ ਰਾਹ ਪਿਆ। ਕੀ ਮੰਗ ਕਰਦੇ ਸੀ? ਮੈਂ ਕਿਹਾ ਵੀ ਮਤਲਬ ਸਰਕਾਰ ਨੂੰ ਇਹ ਹੋ ਗਿਆ ਵੀ ਪਿੰਜਰਾ ਲਗਾਇਆ ਜਾਵੇ। ਬੱਚੇ ਹੈਗੇ ਜਦੋਂ ਸਵੇਰੇ ਉੱਠੇ ਨਾ ਜੀ, ਇਹ ਗਾਂ ਦੇ ਨਾਲ ਹੀ ਬੱਚੀ ਦੀ, ਗਾਂ ਦੀ ਬੱਚੀ ਛੋਟੀ 1.5 ਮਹੀਨੇ ਕਦੀ ਸਰ ਨਾਲ ਹੀ ਬੰਨੀ ਸੀਗੀ। ਉਹ ਪਹਿਲਾਂ ਤਾਂ ਅੰਦਰ ਬੰਦ ਤੇ ਛੋਟੀ ਬੱਚੀ ਪਤਾ ਨਹੀਂ, ਉਹ ਜਾਨਵਰ ਪਹਿਲਾਂ ਵੀ ਕਈ ਵਾਰੀ ਘੁੰਮ ਰਿਹਾ ਸੀਗਾ ਜੀ ਇੱਥੇ, ਮਤਲਬ ਕਈ ਵਾਰਦਾਤਾਂ ਹੋ ਚੁੱਕੀਆਂ ਜੀ, ਤੇ ਕਈ ਛੇਲੂ ਵੀ ਚੱਕ ਕੇ ਲੈ ਗਿਆ, ਤੇ ਕੁੱਤਾ ਤਾਂ ਕੋਈ ਛੱਡਿਆ ਹੀ ਨਹੀਂ ਜੀ ਇਸ ਏਰੀਏ ਦੇ ਵਿੱਚ। ਫਿਰ ਆਪ ਜਿਹੜਾ ਸਵੇਰੇ ਉੱਠੇ ਜੀ ਦੇਖਿਆ, ਉਹ ਖੁੰਡੇ ਦੇ ਨਾਲ ਕੱਲਾ ਰੱਸਾ ਹੀ ਰਹਿ ਗਿਆ ਜੀ। ਜਦੋਂ ਥੋੜਾ ਸਾਈਡ ਤੇ ਜਾ ਕੇ ਥੋੜਾ ਜਿਹਾ ਸਮਾਨ ਛੱਡਿਆ, ਉਹਨੇ ਬਾਕੀ ਲੈ ਗਿਆ ਜੀ ਚੱਕ ਕੇ। ਸੋ ਇਸ ਕਰਕੇ ਪ੍ਰਸ਼ਾਸਨ ਤੋਂ ਇਹੀ ਮੰਗ ਹੈ ਵੀ ਪਿੰਜਰਾ ਲਗਾ ਕੇ ਨਾ ਇਸ ਜਾਨਵਰ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਕਾਬੂ ਕੀਤਾ ਜਾਵੇ। ਸਰ ਉਹ ਪਹਿਲਾਂ ਵੀ ਵਾਰਦਾਤਾਂ ਕਰ ਗਿਆ ਜੀ, ਕਈ ਬਹੁਤ ਛੇਲੂ ਮੋਹਰੇ ਤੇ ਚੱਕ ਲੈਂਦਾ ਸਰ, ਜਿਵੇਂ ਚੁਗਣੇ ਨੂੰ ਛੱਡਦੇ ਨਾ ਜੀ, ਕੋਲੋਂ ਚੱਕ ਲੈਂਦਾ ਸਰ, ਪਤਾ ਹੀ ਨਹੀਂ ਲੱਗਦਾ ਕਈ ਵਾਰੀ। ਸਾਰੇ ਬੱਚੇ ਦੇਖੋ ਡੰਗਰਾਂ ਦੇ ਕੋਲ ਹੁਣ ਹਰ ਵੇਲੇ ਤਾਂ ਰਹਿੰਦੇ ਹੀ ਹੈ ਜੀ, ਘੁੰਮਦੇ ਫਿਰਦੇ ਰਹਿੰਦੇ, ਲਾਡ ਪਿਆਰ ਘਾਹ ਪੱਠਾ ਪਾਣਾ ਹੀ ਪੈਂਦਾ ਜੀ, ਇਸ ਕਰਕੇ ਬੱਚਿਆਂ ਨੂੰ ਵੀ ਦਿੱਕਤ ਹੈ ਜੀ। नवाशहर से सड़क हादसे का मामला सामने आया, जहां एक थार गाड़ी और पुलिस बस की आमने सामने से टक्कर हो गई। बता दें, गाड़ी का ड्राइवर गंभीर रूप से घायल हो गया, वहीं 2 लोगों को मामूली चोटें आई हैं। ये सड़क हादसा इतना भयानक था कि थार गाड़ी बुरी तरह से क्षतिग्रस्त हो गई और बस डिवाइडर पर चढ़ गई। जानकारी के मुताबिक बस में करीब 35 से 40 कर्मचारी सवार थे, जो बाल बाल बचे। बता दें, भारी बारिश के कारण नवाशहर रोपड़ की सड़कें कई जगहों पर बह गई थी, जिसके कारण ये हादसा हुआ। एक्सीडेंट सानू इतलाह मिली आ, फिर असीं इत्थे आए हाँ। इत्थे कि पता लग्या भी जिहड़ी थार गड्डी सी मोहाली तो आ रही सीगी ते इह राशन ले जा रहे सीगे पठानकोट, ते सरकारी बस सिटी अमृतसर तो हाई कोर्ट मुलाजम लैके जा रही सी चंडीगढ़। ये जिहड़ा थार दा दसदे आ भी अगे कोई गड्डी आ गई, उन्होंने बचाउंदे आपसी विच सीधी टक्कर हो गई।
ਸਾਰੇ ਕਿੰਨੇ ਕੁ ਬੰਦੇ ਜ਼ਖਮੀ ਹੋਏ ਜੀ ਇੱਥੇ ਜਾਂ ਜ਼ਖਮੀ ਡਰਾਈਵਰ ਦਾ ਪਤਾ ਲੱਗਿਆ ਵੀ ਉਹਦੇ ਸੱਟਾਂ ਲੱਗੀਆਂ ਮਾਮੂਲੀ ਆ ਮੂੰਹ ਤੇ ਉਹ ਮਤਲਬ ਹਸਪਤਾਲ ਭੇਜਤਾ ਸੀਗਾ। बाकी मुलाजिम सारे ठीक। पटियाला में इकट्ठा हुए करुणा वॉलंटियर ने सेहत मंत्री के घर तक रोष मार्च निकाला। बता दें, वॉलंटियर कोविड-19 यानी पिछले 3 सालों से रोजगार की मांग को लेकर धरना प्रदर्शन करते नजर आ रहे हैं। और वहीं पंजाब की मुख्यमंत्री भगवंत मान के साथ वॉलंटियर्स की मीटिंग भी हुई थी, लेकिन फाइल फाइनेंस मिनिस्टर के पास ही रखी हुई है। वहीं वॉलंटियर्स का कहना है कि हमें रोजगार दिया जाए। कोरोना महामारी के समय इन्होंने दिन रात लोगों की सेवा की। ਸਾਡੀਆਂ ਮੰਗਾਂ ਪਿਛਲੇ 3 ਸਾਲ ਤੋਂ ਹੀ ਚੱਲ ਰਹੀਆਂ ਨੇ। ਜਦੋਂ ਕਾਂਗਰਸ ਸਰਕਾਰ ਸੀ ਸਾਨੂੰ ਉਦੋਂ ਕੋਵਿਡ ਦੌਰਾਨ ਰੱਖਿਆ ਗਿਆ ਸੀਗਾ, ਫਿਰ ਕਾਂਗਰਸ ਸਰਕਾਰ ਦੌਰਾਨ ਸਾਨੂੰ ਹਟਾਇਆ ਵੀ ਗਿਆ ਸੀ, ਫਿਰ ਸਾਨੂੰ ਦੂਸਰੀ ਲਹਿਰ ਦੇ ਵਿੱਚ ਦੁਬਾਰਾ ਰੱਖਿਆ ਗਿਆ, ਫਿਰ ਤੀਸਰੀ ਲਹਿਰ ਦੇ ਵਿੱਚ ਹੀ ਰੱਖਿਆ ਗਿਆ। ਅਸੀਂ 3 ਲਹਿਰਾਂ ਦੇ ਵਿੱਚ ਕੋਵਿਡ ਦੇ ਵਿੱਚ ਕੰਮ ਕੀਤਾ ਤੇ ਹੁਣ ਜਦੋਂ ਮਾਨ ਸਰਕਾਰ ਆਉਣਾ ਸੀਗਾ ਤਾਂ ਮਾਨ ਸਾਹਿਬ ਨੇ ਰਜਿੰਦਰਾ ਆ ਕੇ ਸਾਡੀ ਕੁੜੀਆਂ ਨੂੰ ਪਾਣੀ ਪਿਆਇਆ ਸੀਗਾ ਤੇ ਸਾਡੇ ਨਾਲ ਹਰ ਇੱਕ ਡਿਸਟ੍ਰਿਕਟ ਦੇ ਵਿੱਚ ਜਿੱਥੇ ਜਿੱਥੇ ਵੀ ਉਹਨਾਂ ਦੇ ਐਮਐਲਏ ਖੜੇ ਸੀ ਸਾਰਿਆਂ ਨਾਲ ਅਸੀਂ ਮਿਲੇ ਸੀ ਤਾਂ ਉਹਨਾਂ ਨੇ ਕਿਹਾ ਸੀ ਵੀ ਜਦੋਂ ਵੀ ਸਰਕਾਰ ਸਾਡੀ ਆਈ ਤਾਂ ਹਰਾ ਪੈਨ ਚੱਲੇਗਾ ਤਾਂ ਉਹ ਬੇਰੁਜ਼ਗਾਰਾਂ ਲਈ ਚੱਲੇਗਾ। ਤੇ ਮਾਨ ਸਰਕਾਰ ਨੇ ਸਾਡੀਆਂ ਗੱਲਾਂ ਤਾਂ ਸੁਣੀਆਂ ਨੇ, ਸਾਡੀ ਫਾਈਲ ਵੀ ਪੁੱਟ ਅਪ ਹੋ ਗਈ ਆ, ਸਾਡੀ ਜਿਹੜੀ ਫਾਈਲ ਆ ਲਿਸਟਾਂ ਜਿਹੜੀਆਂ ਵੈਰੀਫਾਈ ਵੀ ਹੋ ਚੁੱਕੀਆਂ ਨੇ, ਪਰ ਡਿਪਾਰਟਮੈਂਟ ਦੇ ਕੋਲੇ ਫਾਈਨਾਂਸ ਡਿਪਾਰਟਮੈਂਟ ਕੋਲੇ ਫਸੀ ਹੋਈ ਹੈ। ਸੈਕਟਰੀ ਸਾਹਿਬ ਨੇ ਅੱਗੇ ਫਾਈਨਾਂਸ ਡਿਪਾਰਟਮੈਂਟ ਨੂੰ ਸੈਂਡ ਹੀ ਨਹੀਂ ਕੀਤੀਆਂ ਹੈਗੀਆਂ। ਤਾਂ ਇਹਦੇ ਮਤਲਬ ਚ ਅਸੀਂ ਅੱਜ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਡਾਕਟਰ ਬਲਵੀਰ ਦੀ ਕੋਠੀ ਵੱਲ ਨੂੰ। ਹੁਣ ਸਾਡੀ ਇਹੀ ਮੰਗ ਹੈ ਜੀ, ਜਿਹੜਾ ਸਾਡਾ ਫਾਈਲ ਪ੍ਰੋਸੈਸ ਰੁਕਿਆ ਹੋਇਆ ਹੈ ਇਹ ਕਿਉਂ ਰੁਕਿਆ ਹੋਇਆ ਹੈ, ਇਹਦੇ ਲਈ ਅਸੀਂ ਡਾਕਟਰ ਬਲਵੀਰ ਨੂੰ ਰੋਸ ਮਾਰਚ ਕਰਕੇ ਉਹਨਾਂ ਨੂੰ ਪੁੱਛਣਾ ਚਾਹੁੰਦੇ ਹਾਂ। ਤੇ ਰੀਸੈਂਟਲੀ ਇੱਕ ਮਾਨ ਸਾਹਿਬ ਦੀ ਵੀਡੀਓ ਵਾਇਰਲ ਹੋਈ ਸੀ, ਉਹਦੇ ਵਿੱਚ ਉਹ ਨਿਊਜ਼ ਰਿਪੋਰਟਰ ਨੂੰ ਕਹਿ ਰਹੇ ਸੀਗੇ ਕਿ ਜਿੰਨੇ ਵੀ ਪੰਜਾਬ ਦੇ ਬੱਚੇ ਨੇ अकॉर्डिंग टू डिग्री उन्होंने नौकरी मिलनी। अमृतसर में सिख लंगर आंदोलन शुरू किया गया, जिसकी मेजबानी पंजाब से राज्यसभा सांसद विक्रमजीत सिंह सहानी ने की। सिंह साहिब रघुवीर सिंह जी जत्थेदार श्री अकाल तख्त साहिब के तत्वाधान में गोल में सम्मेलन का आयोजन हुआ। आंदोलन में भारत के कई हिस्सों से 50 से ज्यादा सिंह सभा गुरुद्वारा समितियों के प्रमुख और कई सिख इतिहासकारों, दार्शनिकों और शिक्षाविदों ने हिस्सा लिया। इस आंदोलन का एजेंडा सिखों को नौकरी के लिए कौशल प्रदान करना है। नौकरियों के लिए मजबूत औद्योगिक जुड़ाव के साथ देश भर के कई गुरुद्वारों में कौशल विकास केंद्र स्थापित करके युवाओं को रोजगार, कौशल और नौकरियां मिल सके, ताकि सिख युवा अपने मूल शहरों में ही रोजगार प्राप्त कर सके। मामला तरनतारन के गांव नराला का है, जहां एक युवक हरजीत हरमन का फैन है और उसकी आवाज हरमन से काफी मिलती जुलती है, जिसके बाद गायक हरजीत हरमन अपने फैन के घर पहुंच गए, जहां फैन के गांव वालों और रिश्तेदारों ने भी उनका स्वागत किया और मालाएं पहनाई। बता दें, हरमन ने हर रिश्तेदार और गांव वालों के साथ फोटो खिंचवाई। बड़ा वधिया लगदा। मैं हरजिंदर दी वीडियो देखी थी फेसबुक ते 2022 ਦੇ ਵਿੱਚ ਫਿਰ ਇਹਨੇ ਕਾਫੀ ਮੈਨੂੰ ਮੇਰੇ ਪਿੰਡ ਤੋਂ ਪਤਾ ਲੱਗਿਆ ਵੀ ਕੋਈ ਤੇਰਾ ਫੈਨ ਇੱਧਰ ਰਹਿੰਦਾ। ਮੈਂ ਕਿਹਾ ਕਿ ਬਹੁਤ ਸਾਡਾ ਆਉਣਾ ਜਾਣਾ ਰਹਿੰਦਾ। ਫਿਰ ਹਰਜਿੰਦਰ ਨੂੰ ਅਸੀਂ ਮਿਲੇ ਤਰਨ ਤੇ ਅੱਜ ਫਿਰ ਕੁਦਰਤ ਪਰਮਾਤਮਾ ਨੇ ਮਿਹਰ ਕੀਤੀ, ਅਸੀਂ ਅੱਜ ਇਕੱਠੇ ਹੋ ਗਏ ਸਬੱਬ ਨਾਲ। ਇੱਥੇ ਨੇੜੇ ਪ੍ਰੋਗਰਾਮ ਸੀ ਤੇ ਛੋਟੇ ਵੀ ਨੂੰ ਮਿਲ ਕੇ ਬਹੁਤ ਵਧੀਆ ਲੱਗਦਾ ਤੇ ਸਾਡੀਆਂ ਦੁਆਵਾਂ ਇਹਦੇ ਨਾਲ ਨੇ। ਕੋਈ 1.5 ਸਾਲ ਦਾ ਮੰਨ ਲਓ ਉਹਨਾਂ ਨਾਲ ਮੇਰੀ ਗੱਲਬਾਤ ਚੱਲਦੀ ਫੋਨ ਤੇ ਅੱਜ ਉਹ ਪਿੰਡ ਗਿੱਲਪਨ ਪ੍ਰੋਗਰਾਮ ਤੇ ਆਏ ਤੇ ਅੱਜ ਮੇਰੇ ਉਹ ਘਰੇ ਹੋ ਗਿਆ। ਯਾ ਦੇਖ ਲਓ ਸਾਡੇ ਕੈਮਰੇ ਦੇ ਵਿੱਚ ਪਰਿਵਾਰ ਵੀ ਦੇਖ ਲਓ ਪੂਰਾ ਸਵਾਗਤ ਵੀ ਖੜਾ ਸੀ ਤੇ ਯਾਰ ਬੇਲੀ ਪਿੰਡ ਦੇ ਤੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਗੱਲ ਦੀ ਕਿ ਉਹ ਮੈਨੂੰ ਮੰਨ ਲਓ ਮਿਲ ਕੇ ਗਏ ਅੱਜ ਪਰਿਵਾਰ ਤੇ ਮੰਨ ਲਓ ਵੇਖ ਲਓ ਯਾਰਾਂ ਦੋਸਤਾਂ ਕੇ ਪਿਆਰ ਕਈ ਕਹਿ ਸਕਦੇ ਆਪਾਂ। ਮੰਨ ਲਓ ਮੈਂ ਵੀ ਗਾਉਂ ਥੋੜਾ ਬਹੁਤਾ ਗਾ ਲੈਂਦਾ ਤੇ ਚਾਹਦਾ ਆਪਣੇ ਹਰਜੀਤ ਹਰਮਨ ਨੇ ਸੁਣ। मानस के रेलवे स्टेशन का नवीनीकरण करने के लिए प्रधानमंत्री नरेंद्र मोदी बटन दबाकर दिल्ली से शिलान्यास कर चुके हैं। इस रेलवे स्टेशन पर 26 करोड़ रुपए खर्च किए जाएंगे, जिसके लिए मनसा में कार्यक्रम का आयोजन हुआ, जहां भाजपा के वरिष्ठ नेता जगदीप सिंह नकई मौजूद रहे। मैं तो तहे दिल धन्यवाद करना चाहना करदा साडे प्राइम मिनिस्टर साहब दा ते रेल मंत्री जी दा, सारी बीजेपी दी जिहड़ी उगी सेंटर दी लीडरशिप आ ओहदा, क्योंकि ये डिमांड की सी मानसा वासियों ने मैनू बुला के शांति भवन विखे उन्होंने मीटिंग करके ये गल कही सी कि जिहड़ियां ट्रेनां रुकियां वो चलनियां चाहिदियां। उस तो बाद टैक्सला साहब की दुकान ते भी इकट्ठे होए सी, उपराला कराया सी साहब बिकर सिंह मघाणिया जी ने, उन्होंने कराया सी ते मैमोरेंडम भी असीं दित्ते सी। ये ठीक है, मैं भी थोड़ा जिहा खिजिया वा सी कि भी लेट क्यों हो गया, पर जद मैं पिछे जे गया महीना पहला वो कहते कला ट्रेनों का नहीं रुकने का प्रबंध करते, थोड़ा नवीनीकरण वाला भी नाल दी नाल ही करांगे जिथे कि स्टेशन नूं पैसे आउणगे। सो
508 ਸਟੇਸ਼ਨ